ਸਤਨਾਮ ਸ਼੍ਰੀ ਵਾਹਿਗੁਰੂ ਜੁਗੋ ਜੁਗ ਅਟਲ। ਪ੍ਰਤੱਖ ਸਤਿਗੁਰੂ ਚਬਰ ਤਖਤ ਛਤਰ ਜੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਗੁਰਬਾਣੀ ਵਿਚਾਰ ਗੁਰਬਾਣੀ ਕਥਾ ਨਾਲ ਜੁੜਨਾ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪਾਂ ਪੜ੍ਹ ਰਹੇ ਸੀ। ਗੀਤ ਨਾਦ ਕਵਿਤ ਸੁਣੇ ਸੁਣ ਰਾਮ ਨਾਮ ਦੁੱਖ ਭਾਗੈ। ਸਤਿਗੁਰੂ ਜੀ ਕਹਿੰਦੇ ਹਨ ਕਿ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਬਾਣੀ ਦੀ ਕਾਵ ਸੁਣ ਸੁਣ ਕੇ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਉਸ ਦਾ ਹੋਰ ਸਾਰਾ ਦੁੱਖ ਦੂਰ ਹੋ ਜਾਂਦਾ ਹੈ। ਜੋ ਪ੍ਰਾਣੀ ਵਾਹਿਗੁਰੂ ਪਰਮਾਤਮਾ ਦੇ ਨਾਲ ਆਪਣੀ ਸੁਰਤ ਜੋੜਦਾ ਹੈ। ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁੱਖ ਭਾਗੈ। ਸਤਿਗੁਰੂ ਜੀ ਕਹਿੰਦੇ ਆ ਵੀ ਉਹਦਾ ਦੁੱਖ ਹੈ ਜਿਹੜਾ ਉਹ ਭੱਜ ਜਾਂਦਾ ਹੈ। ਨਾਨਕ ਸਾ ਧਨ ਨਾ ਪਿਆਰੀ ਅਬ ਭਗਤੀ ਫਿਰ ਆਗੈ। ਕਹਿੰਦੇ ਉਹ ਜੀਵ ਇਸਤਰੀ ਪ੍ਰਭੂ ਪਤੀ ਨੂੰ ਪਿਆਰੀ ਹੋ ਜਾਂਦੀ ਹੈ। ਉਹ ਆਪਣਾ ਦਿਲੀ ਪ੍ਰੇਮ ਪ੍ਰਭੂ ਦੇ ਅੱਗੇ ਭੇਟ ਪੇਸ਼ ਕਰਦੀ ਹੈ। ਅੰਦਰਲਾ ਪ੍ਰੇਮ, ਦਿਲੋਂ ਪ੍ਰੇਮ ਕਰਨਾ, ਦਿਲੋਂ ਸੇਵਾ ਕਰਨੀ, ਸਿਮਰਨ ਕਰਨਾ। ਕਿਉਂਕਿ ਗੁਰੂ ਪਿਆਰਿਓ ਸਭ ਦਾਤਾ ਹੀ ਉਹ ਪਰਮਾਤਮਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਹੀ ਬਖਸ਼ਿਸ਼ ਕਰਦਾ ਹੈ। ਸਾਡੇ ਜੀਵਨ ਜਿਉਣ ਦਾ ਉਹ ਪਰਮਾਤਮਾ ਆਪ ਹੀ ਸਾਰਾ ਪ੍ਰਬੰਧ ਕਰਦਾ ਹੈ, ਜੋ ਸ੍ਰਿਸ਼ਟੀ ਨੂੰ ਸਾਜਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਜੋ ਦਿਲੀ ਸੇਵਾ ਕਰਦਾ ਹੈ ਉਹ ਪ੍ਰਭੂ ਨੂੰ, ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਗੁਰੂ ਨੂੰ ਪ੍ਰਸੰਨ ਕਰ ਲੈਂਦਾ ਹੈ। ਬੜੇ ਵੱਡੇ ਲੋਕ ਹਨ ਜਿਨ੍ਹਾਂ ਨੂੰ ਪਰਮਾਤਮਾ ਨਹੀਂ ਵਿਸਰਦਾ, ਜਿਹੜੇ ਸਮਝਦੇ ਆ ਕਿ ਦਾਤ ਪਰਮਾਤਮਾ ਦੀ ਦਿੱਤੀ ਹੋਈ ਹੈ ਤੇ ਜੋ ਦਾਤਾਂ ਲੈ ਕੇ ਉਸ ਨੂੰ ਵਿਸਾਰ ਦਿੰਦੇ ਹਨ। ਮਹਾਰਾਜ ਕਹਿੰਦੇ ਆ ਦਾਤਾਂ ਉਹਦੀਆਂ ਪਰ ਇਹ ਨਾ ਹੋਵੇ ਵੀ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੈ ਨਾਹੀ ਮਰਨ ਵਿਚਾਰਾ। ਜੋ ਦਾਤਾਂ ਪਰਮਾਤਮਾ ਜੀ ਨੇ ਤੈਨੂੰ ਦਿੱਤੀਆਂ ਉਹਨਾਂ ਨਾਲ ਤੇਰੀ ਪ੍ਰੀਤ ਹੋਵੇ ਤੇ ਦੇਣ ਵਾਲਾ ਦਾਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਿਸਰ ਜਾਏ, ਕਿਤੇ ਇਹ ਨਾ ਹੋਵੇ। ਜੇ ਦਾਤਾਂ ਨਾਲ ਬੜੀ ਪ੍ਰੀਤ ਹੈ ਤੇ ਦਾਤਾਂ ਬਹੁਤ ਚੰਗੀਆਂ ਲੱਗਦੀਆਂ ਹਨ ਤਾਂ ਉਸ ਜੋ ਦਾਤਾ ਤੈਨੂੰ ਇਹ ਦਾਤਾਂ ਦੇ ਰਿਹਾ ਹੈ, ਬਖਸ਼ ਰਿਹਾ ਹੈ, ਤਾਂ ਉਹਨੂੰ ਵੀ ਚੇਤੇ ਰੱਖਿਆ ਕਰ। ਦਿਲੀ ਪ੍ਰੇਮ, ਜਿਹੜੇ ਦਿਲੀ ਪ੍ਰੇਮ ਕਰਦੇ ਆ, ਹੈ ਬਹੁਤ ਕੁਛ। ਤੁਸੀਂ ਹਰਮੰਦਰ ਸਾਹਿਬ ਚਲੇ ਜਾਓ, ਦੁੱਖ ਨਿਵਾਰਨ ਸਾਹਿਬ ਚਲੇ ਜਾਓ, ਤੁਹਾਨੂੰ ਵੱਡੇ ਲੋਕ ਕਾਰਾਂ ਮਹਿੰਗੀਆਂ ਗੱਡੀਆਂ ਕਾਰਾਂ ਤੇ ਆਉਂਦੇ ਤੁਹਾਨੂੰ ਮਿਲਣਗੇ। ਆ ਕੇ ਉਹ ਗੁਰੂ ਦੇ ਦਰ ਤੇ ਫਿਰ ਬੂਟ ਪਾਲਸਾਂ ਕਰਦੇ ਆ, ਆਖੋ ਸਤਨਾਮ। ਜੋੜੇ ਸਾਫ਼ ਕਰਦੇ ਆ ਅੰਮ੍ਰਿਤ ਵੇਲੇ, ਆਪਣੀ ਡਿਊਟੀ ਤੋਂ ਪਹਿਲਾਂ ਬੜੇ ਵੱਡੇ ਜਿਨ੍ਹਾਂ ਦੇ ਕਾਰੋਬਾਰ ਨੇ, ਧਨ ਦੀ ਜਿਨ੍ਹਾਂ ਕੋਲ ਕਮੀ ਨਹੀਂ ਹੈ, ਕਿਉਂਕਿ ਉਹਨਾਂ ਨੇ ਦਾਤਾ ਨਹੀਂ ਵਿਸਾਰਿਆ। ਦਾਤਾ ਚੇਤੇ ਹੈ ਵੀ ਜੋ ਹੈ ਉਹ ਪਰਮਾਤਮਾ ਕਰਕੇ ਹੈ, ਜੋ ਹੈ ਉਹ ਅਕਾਲ ਪੁਰਖ ਵਾਹਿਗੁਰੂ ਕਰਕੇ ਹੀ ਹੈ। ਪਹਿਲਾਂ ਉਹਨੇ ਸਰੀਰ ਦਿੱਤਾ, ਫਿਰ ਦਾਤਾਂ ਦਿੱਤੀਆਂ, ਤੇ ਸਾਡਾ ਇਹ ਫਰਜ਼ ਹੈ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨਾ, ਕਿਉਂਕਿ ਜਨਮ ਹੀ ਇਸ ਵਾਸਤੇ ਦਿੱਤਾ ਹੈ। ਸਤਿਗੁਰੂ ਜੀ ਉਪਦੇਸ਼ ਵੀ ਕਰਦੇ ਆ, ਆਇਓ ਸੁਣਨ ਪੜਨ ਕੋ ਬਾਣੀ। ਕਾਦੇ ਲਈ ਆਏ ਆ ਜੀ? ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨਲਾਲਚ। ਕਹਿੰਦੇ ਨਾਮ ਨੂੰ ਵਿਸਾਰ ਕੇ ਅਨੇਕਾਂ ਲਾਲਚਾਂ ਵਿੱਚ ਲੱਗ ਗਿਆ।
ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਬਖਸ਼ਿਸ਼ ਕਰਦੇ ਆ। ਧਨਾਸਰੀ ਰਾਗ ਦੇ ਵਿੱਚ ਧਨਾਸਰੀ ਮਹੱਲਾ ਪੰਜਵਾ। ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕੀ ਤ੍ਰਿਸ਼ਨਾ ਨਾ ਬੂਝੀ। ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜੇ, ਵੱਡੇ ਵੱਡੇ ਭੂਮੀਆਂ ਦੇ ਮਾਲਕ, ਪਰ ਇਹ ਤ੍ਰਿਸ਼ਨਾ ਕਦੇ ਖਤਮ ਨਹੀਂ ਹੁੰਦੀ। ਬਿਨਾ ਸੰਤੋਖ ਨਹੀਂ ਕੋ ਰਾਜੈ। ਮਹਾਰਾਜ ਕਹਿੰਦੇ ਆ ਬਿਨਾ ਸਬਰ ਤੋਂ ਕੋਈ ਵੀ ਮਨੁੱਖ ਹੈ ਜਿਹੜਾ ਉਹ ਰੱਜ ਨਹੀਂ ਸਕਦਾ। ਤੇ ਰੱਜ ਆ ਜਾਏ ਤੇ ਕੱਖਾਂ ਦੀ ਕੁੱਲੀ ਤੇ ਵੀ ਆ ਜਾਂਦਾ ਹੈ। ਰੱਜ ਨਾ ਆਵੇ ਤੇ ਇੱਥੇ ਬਹੁਤ ਧਰਤੀ ਖਰੀਦੀ ਆ ਦੁਨੀਆ ਦੇ ਲੋਕਾਂ ਨੇ, ਤੇ ਬੜੀਆਂ ਵੱਡੀਆਂ ਬਿਲਡਿੰਗਾਂ ਨੇ, ਪਰ ਨਹੀਂ ਸੰਤੋਖ ਆਉਂਦਾ, ਨਹੀਂ ਸਬਰ ਆਉਂਦਾ। ਬਿਨਾ ਸੰਤੋਖ ਨਹੀਂ ਕੋ ਰਾਜੈ। ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕੀ ਤ੍ਰਿਸ਼ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਜੀ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ। ਮਹਾਰਾਜ ਕਹਿੰਦੇ ਇਸ ਜ਼ਹਿਰ ਵਿੱਚੋਂ ਕਦੇ ਕਿਸੇ ਨੂੰ ਤ੍ਰਿਪਤੀ ਨਹੀਂ ਹੋਈ। ਜਿਉਂ ਪਾਵਕ ਈਂਧਨ ਨਹੀਂ ਤਰਾਪੈ। ਜਿਵੇਂ ਕਹਿੰਦੇ ਅੱਗ ਦੇ ਵਿੱਚ ਜਿੰਨੀਆਂ ਮਰਜ਼ੀ ਲੱਕੜਾਂ ਧਰੀ ਜਾਓ ਕਦੇ ਰੱਜਦੀ ਨਹੀਂ ਹੈ। ਬਿਨ ਹਰ ਕਹਾਂ ਅੰਗਾਈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਬੜੇ ਪ੍ਰਕਾਰ ਦੇ ਭੋਜਨ ਦੁਨੀਆ ਛਕਦੀ ਹੈ ਤਾਂ ਵੀ ਭੁੱਖ ਨਹੀਂ ਮਿਟਦੀ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਂ ਕਿ ਮਿਟੈ ਨਾ ਭੁੱਖਾ। ਉਦਮ ਕਰੈ ਸਵਾਨ ਕੀ ਨਾਈ ਚਾਰੇ ਕੁੰਟਾਂ ਕੋਖਾ। ਕਹਿੰਦੇ ਸਵਾਨ ਕੁੱਕਰ ਵਾਂਗ ਚਾਰੇ ਕੁੰਟਾਂ ਵਿੱਚ ਭਟਕਿਆ ਫਿਰਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਤ੍ਰਿਸ਼ਨਾ ਕਦੇ ਖਤਮ ਨਹੀਂ ਹੁੰਦੀ। ਪਰ ਮਹਾਰਾਜ ਕਹਿੰਦੇ ਆ ਫਿਰ ਬੰਦਾ ਦੁਖੀ ਹੁੰਦਾ ਹੈ। ਵੱਡੇ ਵੱਡੇ ਜੋ ਦੀਸੈ ਲੋਕ ਤਿਨ ਕੋ ਵਿਆਪੈ ਚਿੰਤਾ ਰੋਗ। ਮਹਾਰਾਜ ਕਹਿੰਦੇ ਆ ਜੋ ਤੈਨੂੰ ਵੱਡੇ ਦਿਸਦੇ ਆ ਉਹ ਤਾਂ ਚਿੰਤਾ ਦੇ ਰੋਗ ਨੇ ਮਾਰੇ ਹੋਏ ਆ, ਉਹ ਤਾਂ ਚਿੰਤਾ ਦੇ ਰੋਗ ਨੇ ਖਾਧੇ ਹੋਇਆ। ਇਸ ਕਰਕੇ ਤੂੰ ਚਿੰਤਾ ਨਾ ਕਰ। ਜੋ ਪ੍ਰਮਾਤਮਾ ਨੇ ਤੈਨੂੰ ਦਿੱਤਾ ਹੈ, ਜੋ ਵਾਹਿਗੁਰੂ ਨੇ ਤੈਨੂੰ ਦਿੱਤਾ ਹੈ, ਉਹਦੀ ਰਜ਼ਾ ਵਿੱਚ ਖੁਸ਼ ਰਹਿਣਾ ਸਿੱਖ। ਗੀਤ ਨਾਦ ਕਵਿਤ ਸੁਣੇ, ਜਿਹੜੇ ਉਹਦੀ ਸਿਫਤਸਲਾ ਦੇ ਗੀਤ ਬਾਣੀ ਕਾਵ ਸੁਣ ਕੇ ਵਾਹਿਗੁਰੂ ਦੇ ਨਾਮ ਵਿੱਚ ਜੁੜ ਜਾਂਦੇ ਆ। ਮਹਾਰਾਜ ਕਹਿੰਦੇ ਉਹਨਾਂ ਦਾ ਸਾਰਾ ਦੁੱਖ ਨਿਮਰਤ ਹੋ ਜਾਂਦਾ ਹੈ। ਨਾਨਕ ਸਾ ਤਨ ਨਾ ਪਿਆਰੀ ਅਬ ਭਗਤੀ ਪਰ ਆਗੈ। ਉਹ ਜੀਵ ਇਸਤਰੀ ਪ੍ਰਭੂ ਪਤੀ ਨੂੰ ਪਿਆਰੀ ਹੋ ਜਾਂਦੀ ਹੈ। ਉਹ ਆਪਣਾ ਦਿਲੀ ਪਿਆਰ ਪ੍ਰਭੂ ਅੱਗੇ ਭੇਟ ਪੇਸ਼ ਕਰਦੀ ਹੈ, ਭਾਵ ਦਿਲੋਂ ਜੋ ਸੇਵਾ ਕਰਦੇ ਆ। ਜਿਵੇਂ ਆਪਾਂ ਬੇਨਤੀ ਕੀਤੀ ਹੈ ਵੀ ਬੜੇ ਵੱਡੇ ਲੋਕ ਆ ਕੇ ਗੁਰੂ ਦੇ ਦਰ ਦੇ ਜੋੜੇ ਸਾਫ਼ ਕਰਦੇ ਆ ਤੇ ਲੰਗਰਾਂ ਵਿੱਚ ਸੇਵਾ ਕਰਦੇ ਆ। ਜਿਨ੍ਹਾਂ ਨੂੰ ਭਾਈ ਉਸ ਦਾਤੇ ਨਾਲ ਵੀ ਪ੍ਰੀਤ ਹੈ, ਇਕੱਲੇ ਦਾਤਾਂ ਨਾਲ ਨਹੀਂ ਹੈ। ਇਹ ਨਾ ਹੋਵੇ ਵੀ ਦਾਤ ਪਿਆਰੀ ਵਿਸਰਿਆ ਦਾ ਤਾਰਾ। ਉਹਦੀ ਦਿੱਤੀ ਹੋਈ ਕੋਠੀ ਬੜੀ ਚੰਗੀ ਲੱਗਦੀ ਹੈ, ਪਰ ਦੇਣ ਵਾਲਾ ਦਾਤਾ ਉਹਨੂੰ ਕਦੇ ਯਾਦ ਨਹੀਂ ਕੀਤਾ। ਉਹਦੇ ਦਿੱਤੇ ਹੋਏ ਧੀਆਂ ਪੁੱਤਰ ਬੜੇ ਚੰਗੇ ਤੇ ਪਿਆਰੇ ਲੱਗਦੇ ਆ, ਉਹਨਾਂ ਨੂੰ ਚੱਕ ਚੱਕ ਕੇ ਵੇਖਦਾ ਹੈ, ਉਹਨਾਂ ਨੂੰ ਰੋਜ਼ ਬੜਾ ਪ੍ਰੇਮ ਕਰਦਾ ਹੈ। ਪਰ ਨਾਲ ਨਾਲ ਇਹ ਵੀ ਚੇਤੇ ਰੱਖਿਆ ਕਰ ਵੀ ਇਹ ਦਿੱਤੇ ਉਸ ਦਾਤੇ ਨੇ ਆ। ਕਦੇ ਉਹਦੇ ਚਰਨਾਂ ਵਿੱਚ ਬੈਠ ਕੇ ਵੀ ਉਹਦੀ ਬੰਦਗੀ, ਉਹਦੀ ਭਗਤੀ ਕਰਿਆ ਕਰ ਮਨਾ। ਉਹਦਾ ਨਾਮ ਧਨ ਵੀ ਕਦੇ ਇਕੱਠਾ ਕਰਨ ਦਾ ਯਤਨ ਕਰਿਆ ਕਰ। ਉਹ ਪ੍ਰੇਮ ਦੀ ਹੀ ਭੇਟਾ ਮੰਗਦਾ ਹੈ, ਉਹ ਹੋਰ ਕੋਈ ਭੇਟਾ ਨਹੀਂ ਮੰਗਦਾ ਹੈ। ਪਰਮਾਤਮਾ ਤੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਪਰਮਾਤਮਾ ਨੂੰ, ਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਇਆ ਹੈ। ਪੋਹ ਦੇ ਮਹੀਨੇ ਦੀ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ। ਪੋਹ ਦੇ ਮਹੀਨੇ ਬਾਰੇ ਮੋਖ ਤੁਖਾਰ ਬੜਾ ਬਣ ਤਿਰਨ ਰਸ ਸੁਖ ਹੈ। ਮਹਾਰਾਜ ਕਹਿੰਦੇ ਪੋਹ ਦੇ ਮਹੀਨੇ ਵਿੱਚ ਕੱਕਰ ਪੈਂਦਾ ਹੈ। ਆਪਾਂ ਕਹਿੰਦੇ ਬੜਾ ਕੱਕਰ ਪੈ ਰਿਹਾ ਹੈ, ਬੜਾ ਕੋਰਾ ਪੈ ਰਿਹਾ ਹੈ, ਤੇ ਉਹ ਵਣ ਨੂੰ, ਘਾਹ ਨੂੰ, ਹਰੇਕ ਘਾਹ ਬੂਟ ਦੇ ਰਸ ਨੂੰ ਸੁਕਾ ਦਿੰਦਾ ਹੈ ਕੋਰਾ। ਪ੍ਰਭੂ ਦੀ ਯਾਦ ਭੁਲਾਇਆ ਜਿਸ ਮਨੁੱਖ ਦੇ ਅੰਦਰ ਕੋਰਾਪਣ ਆ ਜਾਂਦਾ ਹੈ, ਭਾਵ ਅੰਦਰੋਂ ਕੋਰਾ ਹੈ, ਕੋਰਾਪਣ ਆ ਗਿਆ, ਪਰਮਾਤਮਾ ਦੀ ਸਿਫਤ ਨਾਲ ਬਿਲਕੁਲ ਨਹੀਂ ਜੁੜਿਆ ਹੋਇਆ, ਅੰਦਰ ਉਹ ਬਕਾਰਾਂ ਦੇ ਕੋਰੇ ਨੇ, ਉਹਦਾ ਅੰਦਰ ਹੈ ਜਿਹੜਾ ਉਹ ਸੁਕਾ ਦਿੱਤਾ ਹੈ। ਉਹਦੇ ਜੀਵਨ ਵਿੱਚੋਂ ਪ੍ਰੇਮ ਰਸ ਹੈ ਜਿਹੜਾ ਉਹ ਸੁਕਾ ਦਿੱਤਾ ਹੈ। ਆਵਤ ਕੀ ਨਾਹੀ ਮਨ ਤਨ ਵਸੈ ਮੁਖੇ,
ਕਹਿੰਦੇ ਹੇ ਅਕਾਲ ਪੁਰਖ, ਤੂੰ ਆ ਕੇ ਮੇਰੇ ਮਨ ਵਿੱਚ, ਮੇਰੇ ਤਨ ਵਿੱਚ, ਮੇਰੇ ਮੂੰਹ ਵਿੱਚ ਕਿਉਂ ਨਹੀਂ ਵਸਦਾ, ਮੇਰੀ ਰਸਨਾ ਤੇ ਕਿਉਂ ਨਹੀਂ ਵਸਦਾ, ਤਾਂ ਕਿ ਮੇਰਾ ਜੀਵਨ ਆ ਜਿਹੜਾ ਕਿਤੇ ਤੇਰੇ ਨਾਮ ਤੋਂ ਬਿਨਾ, ਤੇਰੀ ਬੰਦਗੀ ਤੋਂ ਬਿਨਾ ਉਹ ਕਿਤੇ ਰੁੱਖਾ ਨਾ ਹੋ ਜਾਏ। ਆਵਤ ਕੀ ਨਾਹੀ ਮਨ ਤਨ ਵਸੈ ਮੁਖੇ, ਮਨ ਤਨ ਰਵ ਰਹਿਆ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ। ਜਿਸ ਜੀਵ ਦੇ ਮਨ ਵਿੱਚ, ਤਨ ਵਿੱਚ ਸਾਰੇ ਜਗਤ ਦਾ ਆਸਰਾ ਹੈ, ਜੋ ਪਰਮਾਤਮਾ ਉਹ ਵਸਦਾ ਹੈ, ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਪ੍ਰਾਪਤ ਕਰਦਾ ਹੈ। ਅੰਡਜ ਜੇਰਜ ਸੇਤਜ ਉਤਪੁਜ, ਘਟ ਘਟ ਜੋਤ ਸਮਾਣੀ। ਮਹਾਰਾਜ ਕਹਿੰਦੇ ਆ ਉਹ ਪਰਮਾਤਮਾ ਹਰ ਵਿੱਚ ਵਸਦਾ ਹੈ, ਹਰ ਥਾਂ ਵਸਦਾ ਹੈ। ਅੰਡਜ ਜੇਰਜ ਸੇਤਜ ਉਤਪਜ, ਅੰਡਜ ਭਾਵ ਅੰਡੇ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਭਾਵ ਜੇਰ ਤੋਂ ਪੈਦਾ ਹੋਣ ਵਾਲੇ ਜੀਵ, ਸੇਤਜ ਭਾਵ ਮੁੜਕੇ ਤੋਂ ਪੈਦਾ ਹੋਣ ਵਾਲੇ ਜੀਵ, ਉਤਪੁਜ ਭਾਵ ਧਰਤੀ ਵਿੱਚੋਂ ਉੱਗਣ ਵਾਲੇ, ਘਟ ਘਟ ਹਰੇਕ ਘਟ ਵਿੱਚ ਭਾਵ ਚੌਹਾਂ ਖਾਣੀਆਂ ਦੇ ਜੀਵਾਂ ਵਿੱਚ, ਹਰੇਕ ਘਟ ਵਿੱਚ ਉਹ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਸਮਾਈ ਹੋਈ ਹੈ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਉਹ ਪਰਮਾਤਮਾ ਘਟਾਂ ਘਟਾਂ ਵਿੱਚ ਵਸਦਾ ਹੈ। ਦਰਸ਼ਨ ਦੇਹੋ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ। ਹੇ ਦਿਆਲ ਦਤਾਰ, ਮੈਨੂੰ ਆਪਣਾ ਦਰਸ਼ਨ ਦੇ, ਮੈਨੂੰ ਐਸੀ ਚੰਗੀ ਅਕਲ ਦੇ, ਤਾਂ ਕਿ ਮੈਂ ਤੇਰੇ ਸ਼ਬਦ ਨਾਲ ਤੇ ਤੇਰੇ ਸ਼ਬਦ ਦੀ ਵਿਚਾਰ ਨਾਲ ਜੁੜ ਸਕਾਂ, ਮੈਂ ਸਮਝ ਸਕਾਂ। ਮੈਨੂੰ ਐਸੀ ਵਿਵੇਕ ਬੁੱਧੀ, ਮੈਨੂੰ ਐਸੀ ਚੰਗੀ ਅਕਲ ਬਖਸ਼, ਜਿਸ ਕਰਕੇ ਮੈਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਸਕਾਂ, ਤੇ ਐਸੀ ਬਿਰਤੀ ਦੇ ਸਤਿਗੁਰੂ ਜੀ ਕਿ ਮੈਂ ਤੁਹਾਨੂੰ ਹਰ ਥਾਂ ਵੇਖ ਸਕਾਂ। ਜਿਹੜਾ ਮਨੁੱਖ ਪਰਮਾਤਮਾ ਨੂੰ ਹਰ ਥਾਂ ਵੇਖਦਾ ਹੈ, ਜਰਰੇ ਜਰਰੇ ਵਿੱਚ ਵਸਦਾ ਵੇਖ ਲਿਆ ਜੀ ਨੇ, ਉਹਦੇ ਅੰਦਰੋਂ ਮੇਰ ਤੇਰ ਬਿਲਕੁਲ ਖਤਮ ਹੋ ਜਾਂਦੀ ਆ। ਆਖੋ ਸਤਨਾਮ। ਕਿਉਂਕਿ ਉਹ ਹਰ ਥਾਂ ਵਸਦਾ ਵੇਖਦਾ ਹੈ, ਉਹਨੂੰ ਆਪਣੇ ਬੱਚਿਆਂ ਵਿੱਚ ਵੀ ਵਸਦਾ ਦੀਂਦਾ, ਤੇ ਉਹਨੂੰ ਹੋਰਨਾਂ ਦੇ ਬੱਚਿਆਂ ਵਿੱਚ ਵੀ ਪਰਮਾਤਮਾ ਵਸਦਾ ਦੀਂਦਾ ਹੈ। ਮੇਰ ਤੇਰ ਐ ਮਨੁੱਖ ਜਿੱਦੇ ਖਤਮ ਹੋ ਗਈ, ਇਹ ਸਮਝ ਲੈ ਵੀ ਤੇਰੇ ਤੇ ਗੁਰੂ ਨਾਨਕ ਦੀ, ਤੇਰੇ ਤੇ ਪਰਮਾਤਮਾ ਦੀ ਬਖਸ਼ਿਸ਼ ਹੋ ਚੁੱਕੀ ਆ। ਆਖੋ ਸਤਨਾਮ। ਨਾਨਕ ਰੰਗ ਰਵੈ ਰਸ ਰਸੀਆ, ਹਰ ਸਿਉ ਪ੍ਰੀਤ ਸਨੇਹੋ। ਜਿਸ ਮਨੁੱਖ ਦੀ ਪ੍ਰੀਤ, ਜਿਹਦਾ ਪਿਆਰ ਉਹ ਵਾਹਿਗੁਰੂ ਨਾਲ, ਪਰਮਾਤਮਾ ਨਾਲ ਬਣ ਜਾਂਦਾ ਹੈ, ਉਹ ਪ੍ਰੇਮੀ ਵਾਹਿਗੁਰੂ ਦੇ ਪਿਆਰ ਵਿੱਚ ਜੁੜ ਕੇ ਉਹਦੇ ਗੁਣ ਦਾ ਆਨੰਦ ਮਾਣਦੇ ਹਨ ਤੇ ਆਨੰਦ ਨਾਲ ਯਾਦ ਕਰਦੇ ਹਨ। ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ। ਜਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆ, ਮਾਘ ਮਹੀਨੇ ਵਿੱਚ ਲੋਕ ਪ੍ਰਯਾਗ ਆਦਿਕ ਉੱਤੇ ਇਸ਼ਨਾਨ ਕਰਨ ਵਿੱਚ ਪਵਿੱਤਰਤਾ ਮੰਨਦੇ ਹਨ, ਪਰ ਜਿਸ ਜੀਵ ਨੇ ਆਪਣੇ ਹਿਰਦੇ ਵਿੱਚ ਹੀ ਤੀਰਥ ਪਛਾਣ ਲਿਆ, ਕਹਿੰਦੇ ਆ ਕਈ ਮਹੀਨੇ ਆ ਵੀ ਇਹ ਚ ਆਪਾਂ ਪ੍ਰਯਾਗ ਆਦਿਕ ਤੇ ਇਸ਼ਨਾਨ ਕਰਨ ਜਾਣਾ ਹੈ, ਪਰ ਸਤਿਗੁਰੂ ਜੀ ਕਹਿੰਦੇ ਪਰ ਜਿਸ ਜੀਵ ਨੇ ਆਪਣੇ ਹਿਰਦੇ ਵਿੱਚ ਹੀ ਉਹ ਤੀਰਥ ਪਰਮਾਤਮਾ ਪਛਾਣ ਲਿਆ ਹੈ, ਮਹਾਰਾਜ ਕਹਿੰਦੇ ਆ ਉਹਦੀ ਜਿੰਦ, ਉਹਦੀ ਆਤਮਾ ਪਵਿੱਤਰ ਹੋ ਜਾਂਦੀ ਆ। ਆਖੋ ਸਤਨਾਮ। ਸਾਜਨ ਸਹਿਜ ਮਿਲੇ, ਗੁਣ ਗਹਿ ਅੰਕ ਸਮਾਨਿਆ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਸਾਜਨ ਸਹਿਜ ਮਿਲੇ, ਸਹਿਜ ਵਿੱਚ ਅਡੋਲ ਅਵਸਥਾ ਵਿੱਚ ਜੋ ਜੀਵ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਜਿਸ ਤਰ੍ਹਾਂ ਆਪਾਂ ਰੱਬ ਦੇ ਗੁਣ, ਪਰਮਾਤਮਾ ਜੀ ਦੇ ਗੁਣ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪੜ੍ਹਦੇ ਹਾਂ, ਜਾਂ ਪਰਮਾਤਮਾ ਜੀ ਦੇ ਗੁਣ ਆਪਾਂ ਸ੍ਰਿਸ਼ਟੀ ਵਿੱਚੋਂ ਵੀ ਵੇਖਦੇ ਹਾਂ ਕਿ ਆਹ ਪਰਮਾਤਮਾ ਨੇ ਕਿਸ ਤਰ੍ਹਾਂ ਬਣਾਈ ਚੀਜ਼,
ਆ ਫੁੱਲ ਪੌਦੇ ਕਿਸ ਤਰ੍ਹਾਂ ਵਾਹਿਗੁਰੂ ਨੇ ਪੈਦਾ ਕੀਤੇ, ਆ ਕਿਹੋ ਜਿਹਾ ਜੀਵ ਪੈਦਾ ਕੀਤਾ, ਇਹਦੇ ਰੰਗ ਬੜੇ ਸੋਹਣੇ ਸੋਹਣੇ ਕਿਸ ਨੇ ਭਰੇ। ਇਹ ਉਹਦੀ ਖੇਡ ਹੈ ਪਰਮਾਤਮਾ ਦੀ, ਇਹ ਉਹਦੇ ਗੁਣ ਹਨ। ਇਸੇ ਤਰ੍ਹਾਂ ਅਸੀਂ ਗੁਰੂ ਪਿਆਰਿਓ ਬਾਣੀ ਵਿੱਚੋਂ ਵੀ ਵਾਹਿਗੁਰੂ ਜੀ ਦੇ ਪਰਮਾਤਮਾ ਜੀ ਦੇ ਗੁਣਾਂ ਨੂੰ ਵੇਖਦੇ ਹਾਂ ਤੇ ਪਰਮਾਤਮਾ ਜੀ ਦੇ ਗੁਣਾਂ ਨੂੰ ਪੜ੍ਹਦੇ ਹਾਂ। ਸਾਜਨ ਸਹਿਜ ਮਿਲੇ ਗੁਣ ਕੈ ਅੰਕ ਸਮਾਨਿਆ। ਮਹਾਰਾਜ ਕਹਿੰਦੇ ਆ ਉਹ ਹਿਰਦੇ ਵਿੱਚ ਵਸਾ ਕੇ ਉਹਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ। ਪ੍ਰੀਤਮ ਗੁਣ ਅੰਕੇ ਸੁਣ। ਮਹਾਰਾਜ ਕਹਿੰਦੇ ਹੇ ਸੋਹਣੇ ਪ੍ਰਭੂ, ਜੇ ਤੇਰੇ ਗੁਣ ਮੈਂ ਆਪਣੇ ਹਿਰਦੇ ਵਿੱਚ ਵਸਾ ਕੇ ਪ੍ਰਭ ਬੰਕੇ ਤੁਧ ਭਾਵਾਂ ਸਰਨਾਵਾ। ਮਹਾਰਾਜ ਕਹਿੰਦੇ ਆ ਹੇ ਵਾਹਿਗੁਰੂ, ਜੇ ਤੇਰੇ ਗੁਣ ਮੈਂ ਆਪਣੇ ਹਿਰਦੇ ਵਿੱਚ ਵਸਾ ਕੇ ਤੇਰੀ ਸਿਫਤ ਸਲਾਹ ਸੁਣ ਕੇ ਤੈਨੂੰ ਚੰਗਾ ਲੱਗਣ ਲੱਗ ਪਾਵਾਂ ਤਾਂ ਮੈਂ ਤੀਰਥ ਉੱਤੇ ਇਸ਼ਨਾਨ ਕਰ ਲਿਆ ਸਮਝਦਾ ਹਾਂ। ਸਮਝ ਲਓ, ਜੇ ਉਹਦੇ ਉਪਦੇਸ਼ ਨਾਲ ਜੁੜ ਕੇ ਤੁਸੀਂ ਉਹਨੂੰ ਭਾ ਗਏ, ਉਹਨੂੰ ਚੰਗੇ ਲੱਗਣ ਲੱਗ ਪਏ ਤਾਂ ਸਮਝ ਲਓ ਵੀ ਤੀਰਥ ਤੇ ਇਸ਼ਨਾਨ ਤੁਸੀਂ ਕਰ ਲਿਆ ਹੈ। ਕਿਉਂਕਿ ਸਤ ਸੰਗ ਹੈ ਜਿੱਥੇ ਆਪ ਜੀ ਬੈਠੇ ਹੋ, ਇਹ ਵੀ ਇੱਕ ਤੀਰਥ ਹੈ ਜਿਹਨੂੰ ਮਹਾਰਾਜ ਨੇ ਕਿਹਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਹ ਸਤ ਸੰਗ ਰਾਮ ਦੇ ਦਾਸਾਂ ਦਾ ਸਰੋਵਰ ਹੈ ਜਿੱਥੇ ਆ ਕੇ ਮਨ ਦਾ ਇਸ਼ਨਾਨ ਹੁੰਦਾ ਹੈ। ਘਰੋਂ ਅਸੀਂ ਤੁਰਦੇ ਆਂ ਤਨ ਦਾ ਇਸ਼ਨਾਨ ਕਰਕੇ, ਪਰ ਇੱਥੇ ਆ ਕੇ ਕੀ ਕਰਦੇ ਆਂ? ਇੱਥੇ ਆ ਕੇ ਅਸੀਂ ਗੁਰੂ ਜੀ ਦੇ ਸ਼ਬਦ ਨਾਲ ਆਪਣੇ ਮਨ ਦਾ ਇਸ਼ਨਾਨ ਕਰਾਉਂਦੇ ਹਾਂ। ਗੁਰੂ ਜੀ ਦੇ ਸ਼ਬਦ ਨਾਲ ਸਾਡੇ ਮਨ ਦਾ ਇਸ਼ਨਾਨ ਹੁੰਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਜੇ ਮੈਂ ਤੈਨੂੰ ਚੰਗਾ ਲੱਗਣ ਲੱਗ ਪਵਾਂ, ਜੇ ਮੈਂ ਤੈਨੂੰ ਭਾ ਜਾ ਤੁਧ ਭਾਵਾਂ ਸਰਨਾਵਾਂ, ਤਾਂ ਮੈਂ ਇਹ ਸਮਝ ਲਵਾਂਗਾ ਕਿ ਮੈਂ ਤੀਰਥ ਦੇ ਇਸ਼ਨਾਨ ਕਰ ਲਿਆ ਹੈ। ਗੰਗ ਜਮਨ ਤੈ ਬੇਣੀ ਸੰਗਮ ਸਾਤ ਸਮੁੰਦ ਸਮਾਵਾ। ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ। ਤੇਰੇ ਚਰਨਾਂ ਵਿੱਚ ਲੀਨਤਾ ਵਾਲੀ ਅਵਸਥਾ ਹੀ ਗੰਗਾ ਜਮਨਾ ਸਰਸਵਤੀ ਤਿੰਨਾਂ ਨਦੀਆਂ ਦਾ ਮਿਲਾਪ ਥਾਂ ਹੈ, ਤ੍ਰਿਵੇਣੀ ਹੈ। ਮਹਾਰਾਜ ਇਸ ਤਰ੍ਹਾਂ ਭੁਲੇਖੇ ਕੱਢਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਜਿਹੜਾ ਮਨੁੱਖ ਤੇਰੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ, ਉਹਦੇ ਲਈ ਹੀ ਉਹਦੀ ਅਵਸਥਾ ਗੰਗਾ ਜਮਨਾ ਸਰਸਵਤੀ ਤਿੰਨਾਂ ਨਦੀਆਂ ਦਾ ਮਿਲਾਪ ਥਾਂ ਹੈ, ਤ੍ਰਿਵੇਣੀ ਹੈ। ਉੱਥੇ ਹੀ ਮੈਂ ਸੱਤੇ ਸਮੁੰਦਰ ਸਮਾਏ ਮੰਨਦਾ ਹਾਂ। ਜਿਸ ਮਨੁੱਖ ਨੇ ਹਰੇਕ ਯੁੱਗ ਵਿੱਚ ਵਿਆਪਕ ਪਰਮੇਸ਼ਰ ਨਾਲ ਸਾਂਝ ਪਾ ਲਈ ਹੈ ਤੇ ਉਹਨੇ ਤੀਰਥ ਇਸ਼ਨਾਨ ਆਦਿਕ ਸਾਰੇ ਪੁੰਨ ਕਰਮ ਦਾਨ ਤੇ ਪੂਜਾ ਕਰਮ ਕਰ ਲਏ ਹਨ। ਨਾਨਕ ਮਾਗ ਮਹਾਰਸ ਹਰ ਜਪ 68 ਤੀਰਥ ਨਾਤਾ। ਸਤਿਗੁਰੂ ਜੀ ਕਹਿੰਦੇ ਆ ਕਿ ਮਾਘ ਮਹੀਨੇ ਵਿੱਚ ਤੀਰਥ ਇਸ਼ਨਾਨ ਆਦਿਕ ਦੇ ਥਾਂ ਜਿਨੇ ਪ੍ਰਭੂ ਦਾ ਨਾਮ ਸਿਮਰ ਕੇ ਪ੍ਰਭੂ ਦਾ ਨਾਮ ਦਾ ਮਹਾਰਸ ਪੀ ਲਿਆ ਹੈ, ਉਹਨੇ 68 ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ। ਸਮਝ ਲਓ, ਜਿਹੜਾ ਉਹ ਵਾਹਿਗੁਰੂ ਦੇ ਸਿਮਰਨ ਨਾਲ ਤੇ ਬੰਦਗੀ ਨਾਲ ਜੁੜ ਜਾਂਦਾ ਹੈ, ਸਮਝ ਲਓ ਵੀ ਉਹਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਫਲ ਗੁਣ ਮਨ ਰਹਿਸੀ ਪ੍ਰੇਮ ਸੁਭਾਇਆ। ਕਹਿੰਦੇ ਫਲ ਗੁਣ ਮਨ ਰਹਿਸੀ ਪ੍ਰੇਮ ਸੁਭਾਇਆ। ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਫਿਰਨ ਤੇ ਫੱਗਣ ਦੇ ਮਹੀਨੇ ਵਿੱਚ ਲੋਕ ਹੋਲੀਆਂ ਦੇ ਰੰਗ ਤਮਾਸ਼ਿਆਂ ਦੇ ਰਾਹੀਂ ਖੁਸ਼ੀ ਮਨਾਉਂਦੇ ਹਨ। ਪਰ ਜਿਸ ਜੀਵ ਇਸਤਰੀ ਨੂੰ ਆਪਣੇ ਮਨ ਵਿੱਚ ਉਹ ਪ੍ਰਭੂ ਪਰਮਾਤਮਾ ਪਿਆਰਾ ਲੱਗਦਾ ਹੈ, ਮਿੱਠਾ ਲੱਗਦਾ ਹੈ, ਤੇ ਉਹਦੇ ਮਨ ਵਿੱਚ ਉਹ ਖੇੜਾ, ਉਹ ਅਸਲ ਆਨੰਦ ਪੈਦਾ ਹੋ ਜਾਂਦਾ ਹੈ। ਅਨ ਦਿਨ ਰਹਿਸ ਭਇਆ ਆਪ ਗਵਾਇਆ। ਮਹਾਰਾਜ ਕਹਿੰਦੇ ਆ ਅਨ ਦਿਨ ਰਹਿਸ ਭਇਆ ਆਪ ਗਵਾਇਆ। ਜਿਹਨੇ ਆਪਾ ਭਾਵ ਗਵਾਇਆ ਹੈ, ਉਹਦੇ ਅੰਦਰ ਹਰ ਵੇਲੇ ਹੀ ਖੜਾਓ ਬਣਿਆ ਰਹਿੰਦਾ ਹੈ। ਮਨ ਮੋਹ ਚਕਾਇਆ ਜਾਤ ਸੁਭਾਇਆ। ਕਰ ਕਿਰਪਾ
ਮਨ ਮੋਹ ਚੁਕਾਇਆ ਜਾਂ ਤਿਸ ਪਾਇਆ, ਕਰ ਕਿਰਪਾ ਘਰ ਆਓ। ਪਰ ਆਪਾ ਭਾਵ ਗਵਾਉਣਾ ਕੋਈ ਸੌਖੀ ਖੇਡ ਨਹੀਂ ਹੈ। ਆਪਾ ਭਾਵ ਗਵਾ ਕੇ ਹੀ ਗੁਰੂ ਚਰਨਾਂ ਦੇ ਨਾਲ ਜੁੜਿਆ ਜਾਂਦਾ ਹੈ। ਜਦੋਂ ਪ੍ਰਭੂ ਆਪ ਹੀ ਮਿਹਰ ਕਰਦਾ ਹੈ ਤਾਂ ਜੀਵ ਆਪਣੇ ਮਨ ਵਿੱਚੋਂ ਇਸ ਦੁਨਿਆਵੀ ਮਾਇਆ ਦਾ, ਸੰਸਾਰ ਦਾ ਮੋਹ ਮੁਕਾਉਂਦਾ ਹੈ ਤੇ ਪ੍ਰਮਾਤਮਾ ਮਿਹਰ ਕਰਕੇ ਉਹਨੂੰ ਫਿਰ ਹਿਰਦੇ ਘਰ ਵਿੱਚ ਆ ਕੇ ਪ੍ਰਵੇਸ਼ ਹੋ ਜਾਂਦਾ ਹੈ। ਬਹੁਤੇ ਵੇਸ ਕਰੀ ਫਿਰ ਬਾਝੋ, ਮੈਲੀ ਲਹਾਨਾ ਥਾਓ। ਇਸ ਤਰ੍ਹਾਂ ਮਹਾਰਾਜ ਕਹਿੰਦੇ ਪ੍ਰਭੂ ਮਿਲਾਪ ਤੋਂ ਬਿਨਾ ਮੈਂ ਬਥੇਰੇ ਧਾਰਮਿਕ ਸ਼ਿੰਗਾਰ ਕਰਦਾ ਹਾਂ, ਬਾਹਰੋਂ ਦਿਸਦੇ ਧਾਰਮ ਕੰਮ ਕੀਤੇ, ਪਰ ਉਹਦੇ ਚਰਨਾਂ ਵਿੱਚ ਮੈਨੂੰ ਟਿਕਾਣਾ ਨਾ ਮਿਲਿਆ। ਬਹੁਤੇ ਧਾਰਮਿਕ ਕਰਮ ਕਰਨ ਦੇ ਨਾਲ ਬਹੁਤਾ ਟਿਕਾਣਾ ਨਹੀਂ ਮਿਲਦਾ ਹੈ। ਹਾਰ ਡੋਰਸ ਪਾਟ ਪਟੰਬਰ ਫਿਰ ਲੋੜੀ ਸ਼ਿੰਗਾਰੀ। ਹਾਂ, ਜਿਸ ਨੂੰ ਪਤੀ ਪ੍ਰਭੂ ਨੇ ਪ੍ਰਵਾਨ ਕਰ ਲਿਆ ਹੈ, ਉਹ ਸਾਰੇ ਹਾਰ ਸ਼ਿੰਗਾਰਾਂ ਰੇਸ਼ਮੀ ਕੱਪੜਿਆਂ ਨਾਲ ਸਮਝ ਲਓ ਵੀ ਉਹ ਸ਼ਿੰਗਾਰਿਆ ਗਿਆ ਹੈ ਜਾਂ ਸ਼ਿੰਗਾਰੀ ਗਈ ਹੈ। ਨਾਨਕ ਮੇਲ ਲਈ ਗੁਰ ਆਪਣਾ, ਘਰ ਵਰ ਪਾਇਆ ਨਾਰੀ। ਹੈ ਸਤਿਗੁਰੂ, ਜੇ ਜੀਵ ਇਸਤਰੀ ਨੂੰ ਪ੍ਰਭੂ ਪਤੀ ਨੇ ਆਪਣੇ ਗੁਰੂ ਦੇ ਰਾਹੀਂ ਆਪਣੇ ਨਾਲ ਮਿਲਾ ਲਿਆ, ਉਹਨੂੰ ਹਿਰਦੇ ਘਰ ਵਿੱਚ ਹੀ ਸਮਝ ਲਓ ਮਾਲਕ ਪ੍ਰਭੂ ਪਰਮਾਤਮਾ ਮਿਲ ਗਿਆ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ। ਬੋਲਦਿਆਂ ਤੋਂ ਅੱਖਰ ਵਾਧਾ ਘਾਟਾ ਬੋਲਿਆ ਜਾਂਦਾ ਹੈ, ਸੋ ਸੰਗਤ ਔਰ ਸਤਿਗੁਰੂ ਜੀ ਬਖਸ਼ਣ ਯੋਗ ਹਨ। ਕਿਰਪਾ ਕਰਕੇ ਬਖਸ਼ ਲੈਣਾ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਜੀ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ।